ਮੇਰੇ ਚੈਨਲ ਕਮਾਲ ਸਟੱਡੀ ਪੁਆਇੰਟ 'ਤੇ ਜੀ ਆਇਆਂ ਨੂੰ। ਸਾਥੀਓ, ਅੱਜ ਆਪਾਂ ਗੱਲ ਕਰਾਂਗੇ ਸੈਂਟੈਂਸ ਦੀ। ਸੈਂਟੈਂਸ ਕੀ ਹੁੰਦਾ? ਸੈਂਟੈਂਸ ਇੱਕ ਸ਼ਬਦਾਂ ਦਾ ਸਮੂਹ ਆ। ਜਿਵੇਂ ਇੱਕ ਜਾਂ ਇੱਕ ਤੋਂ ਵੱਧ ਜੇ ਸ਼ਬਦਾਂ ਦਾ ਸਮੂਹ ਹੋਵੇ ਤਾਂ ਉਹਨੂੰ ਸੈਂਟੈਂਸ ਜਾਂ ਪੰਜਾਬੀ ਵਿੱਚ ਵਾਕ ਕਿਹਾ ਜਾਂਦਾ। ਜਿਵੇਂ ਸੁਨਿਧੀ ਬਲੀਵ ਇਨ ਗੋਡ, ਇੱਥੇ ਵੇਖੋ 4 ਸ਼ਬਦ ਦਿੱਤੇ ਆ ਅਤੇ ਇਹਨਾਂ 4 ਸ਼ਬਦਾਂ ਦਾ ਇੱਕ ਸੈਂਟੈਂਸ ਬਣ ਗਿਆ, ਵਾਕ ਬਣ ਗਿਆ। ਅਤੇ ਵਾਕ ਦੇ ਅੱਗੇ ਕਿੰਨੇ ਪਾਰਟ ਆ ਆਪਾਂ ਗਿਣਦੇ ਹਾਂ। ਸੈਂਟੈਂਸ ਦੇ ਪਾਰਟ ਹੈਗੇ ਸਬਜੈਕਟ ਅਤੇ ਪ੍ਰੈਡੀਕੇਟ, 2 ਪਾਰਟ ਹੈਗੇ ਆ। ਫਿਰ ਗਾ ਸਬਜੈਕਟ ਦੇ ਅੱਗੇ 2 ਪਾਰਟ ਆ ਗਏ, ਕੁਆਲੀਫਾਇਰ ਅਤੇ ਮੇਨ ਵਰਡਸ। ਅਤੇ ਫਿਰ ਇਸ ਤੋਂ ਅੱਗੇ ਪ੍ਰੈਡੀਕੇਟ ਦੇ ਅੱਗੇ 3 ਪਾਰਟ ਆਏ, ਵਰਬ, ਆਬਜੈਕਟ ਅਤੇ ਕੰਪਲੀਮੈਂਟ। ਫਿਰ ਆਬਜੈਕਟ ਦੇ ਗਾਂ 2 ਪਾਰਟ ਆਏ, ਡਾਇਰੈਕਟ ਅਤੇ ਇਨਡਾਇਰੈਕਟ। ਸਾਥੀਓ, ਆਪਾਂ ਪਹਿਲਾਂ ਵਾਕ ਵਿੱਚ ਸਬਜੈਕਟ ਆਉਂਦਾ ਤਾਂ ਉਸ ਦੀ ਗੱਲ ਕਰਦੇ ਹਾਂ। ਸਬਜੈਕਟ ਨੂੰ ਆਪਾਂ ਉਦੇਸ਼ ਕਹਿ ਸਕਦੇ ਹਾਂ। ਜਿਸ ਵਿਸ਼ੇ ਬਾਰੇ ਆਪਾਂ ਗੱਲ ਕਰਦੇ ਹਾਂ ਉਸ ਨੂੰ ਸਬਜੈਕਟ ਕਿਹਾ ਜਾਂਦਾ ਹੈ। ਜਿਵੇਂ ਆਵਰ ਟੀਚਰ ਲਵ ਅਸ, ਇਹਦੇ ਵਿੱਚ ਟੀਚਰ ਮੇਨ ਸਬਜੈਕਟ ਹੋ ਗਿਆ, ਆਵਰ ਡੈਟਰਮਾਈਨਰ ਹੋ ਗਿਆ। ਆਲ ਪੀਪਲ ਵਾਂਟ ਪੀਸ, ਇਹਦੇ ਵਿੱਚ ਆਲ ਡੈਟਰਮਾਈਨਰ ਹੋ ਗਿਆ ਅਤੇ ਜਿਹੜਾ ਪੀਪਲ ਆ ਉਹ ਸਬਜੈਕਟ ਹੋ ਗਿਆ। ਇਹਦੇ ਵਿੱਚ ਤੁਸੀਂ ਦੇਖੋ ਸਬਜੈਕਟ ਜਿਹੜੀ ਮੇਨ ਕੀ ਚੀਜ਼ ਹੈ, ਇਹਦੇ ਵਿੱਚ ਉਦੇਸ਼ ਕੀ ਹੈ ਵੀ ਜਿਹੜੇ ਲੋਕ ਆ ਉਹ ਸ਼ਾਂਤੀ ਚਾਹੁੰਦੇ ਆ, ਅਤੇ ਇਸ ਵਿੱਚ ਮੇਨ ਸਬਜੈਕਟ ਪੀਪਲ ਹੋ ਗਿਆ। ਇਸੇ ਤਰ੍ਹਾਂ ਆਪਾਂ ਅੱਗੇ ਗੱਲ ਕਰਦੇ ਹਾਂ ਐਡਜੈਕਟਿਵ ਬਾਰੇ। ਸੈਂਟੈਂਸ ਵਿੱਚ ਵਿਸ਼ੇਸ਼ਤਾ ਪ੍ਰਗਟ ਕਰਨ ਵਾਲਾ ਜਿਹੜਾ ਸ਼ਬਦ ਆ ਉਸ ਨੂੰ ਵਿਸ਼ੇਸ਼ਣ ਜਾਂ ਐਡਜੈਕਟਿਵ ਕਿਹਾ ਜਾਂਦਾ। ਇੰਗਲਿਸ਼ 'ਚ ਇਹਨੂੰ ਐਡਜੈਕਟਿਵ ਕਹਿੰਦੇ ਆ। ਇਹਦੇ ਵਿੱਚ ਜਿਵੇਂ ਏ ਰੈੱਡ ਰੋਜ਼ ਅਟਰੈਕਟਸ ਐਵਰੀਬੋਡੀ, ਜਾਂ ਹਿਜ਼ ਨਿਊ ਕਾਰ ਵੈਰੀ ਬਿਗ। ਇਹਦੇ ਵਿੱਚ ਦੇਖੋ ਜਿਵੇਂ ਨਿਊ ਕਾਰ, ਨਿਊ ਅਤੇ ਰੈੱਡ, ਇਹ ਐਡਜੈਕਟਿਵ ਆ। ਇਹ ਜਿਵੇਂ ਰੋਜ਼ ਦੀ ਜਿਹੜੀ ਗੁਲਾਬ ਦੀ ਵਿਸ਼ੇਸ਼ਤਾ ਲਾਲ ਰੰਗ ਅਤੇ ਕਾਰ ਦੀ ਜਿਹੜੀ ਵਿਸ਼ੇਸ਼ਤਾ ਜਿਵੇਂ ਉਹਨੂੰ ਦੱਸ ਰਿਹਾ ਵੀ ਉਹ ਨਵੀਂ ਆ। ਇਸੇ ਤਰ੍ਹਾਂ ਤੁਸੀਂ ਹੋਰ ਵਾਕਾਂ ਵਿੱਚ ਵੀ ਐਡਜੈਕਟਿਵ ਨੂੰ ਪਹਿਚਾਣ ਸਕਦੇ ਹੋ। ਅੱਗੇ ਆਪਾਂ ਐਡਜੈਕਟਿਵ ਫਰੇਜ਼ਸ ਬਾਰੇ ਗੱਲ ਕਰਦੇ ਹਾਂ। ਐਡਜੈਕਟਿਵ ਫਰੇਜ਼ਸ ਕਮਿੰਗ ਆਫਟਰ ਦਾ ਮੇਨ ਵਰਡ। ਮੇਨ ਵਰਡ ਮਤਲਬ ਸਬਜੈਕਟ, ਵੀ ਸਬਜੈਕਟ ਤੋਂ ਬਾਅਦ ਐਡਜੈਕਟਿਵ ਫਰੇਜ਼ਸ ਦਾ ਪ੍ਰਯੋਗ ਹੁੰਦਾ ਹੈ। ਜਿਵੇਂ ਤੁਸੀਂ ਆਪਾਂ ਵਾਕ ਵੇਖਦੇ ਹਾਂ, ਦਾ ਮੈਨ ਇਨ ਵਾਈਟ ਡਰੈਸ ਇਜ਼ ਏ ਡਾਕਟਰ, ਜਾਂ ਦਾ ਵਿਲੇਜ ਪੀਪਲ ਇਨ ਦਾ ਸਿਟੀ ਆਰ ਨੋਟ ਹੈਪੀ। ਇਹਦੇ ਵਿੱਚ ਹੁਣ ਤੁਸੀਂ ਦੇਖੋ ਯੰਗ ਮੈਨ, ਜਿਹੜਾ ਮੈਨ ਆ ਅਤੇ ਪੀਪਲ ਆ ਉਹ ਸਬਜੈਕਟ ਹੈ, ਮੇਨ ਵਰਡ ਆ, ਅਤੇ ਉਸ ਤੋਂ ਬਾਅਦ ਐਡਜੈਕਟਿਵ ਫਰੇਜ਼ਸ ਆ ਰਿਹਾ ਇਨ ਦਾ ਵਾਈਟ ਡਰੈਸ ਇਨ ਦਾ ਸਿਟੀ। ਨੰਬਰ 3 'ਤੇ ਜੀਰੰਡ ਐਂਡ ਇਨਫਿਨਿਟਿਵ ਕੈਨ ਆਲਸੋ ਬੀ ਯੂਜ਼ਡ ਏ ਸਬਜੈਕਟ ਐਜ਼, ਮਤਲਬ ਜੀਰੰਡ ਅਤੇ ਜਿਹੜੇ ਇਨਫਿਨਿਟਿਵ ਆ ਉਹ ਵੀ ਸਬਜੈਕਟ ਦੇ ਰੂਪ ਵਿੱਚ ਵਰਤੇ ਜਾਂਦੇ ਹਨ। ਜਿਵੇਂ ਨੰਬਰ 1 'ਤੇ ਜੀਰੰਡ ਮੀਨ ਏ ਵਰਡ ਐਂਡਿੰਗ ਵਿਦ ING ਡੂਇੰਗ ਦਾ ਵਰਕ ਆਫ ਏ ਸਬਜੈਕਟ ਐਂਡ ਪ੍ਰੈਡੀਕੇਟ, ਮਤਲਬ ਯਾਨੀ ਕਿ ਜਿਹੜਾ ਜੀਰੰਡ ਦਾ ਮਤਲਬ ਕੀ ਹੈ, ਜਿਹਦੇ ਪਿੱਛੇ ING ਲੱਗਾ ਹੁੰਦਾ ਹੈ ਉਸ ਨੂੰ ਜੀਰੰਡ ਕਿਹਾ ਜਾਂਦਾ ਹੈ। ਜਿਵੇਂ ਹੁਣ ਆਪਾਂ ਪੇਂਟਿੰਗ ਇਜ਼ ਮਾਈ ਹੌਬੀ, ਜਾਂ ਸਮੋਕਿੰਗ ਇਜ਼ ਇੰਜਜ਼ ਟੂ ਹੈਲਥ। ਇਹਦੇ ਵਿੱਚ ਹੁਣ ਪੇਂਟਿੰਗ ਅਤੇ ਸਮੋਕਿੰਗ 2 ਜੀਰੰਡ ਆ, ਇਹਨਾਂ ਦੇ ਪਿੱਛੇ ਤੁਸੀਂ ਦੇਖਿਆ ING ਲੱਗਿਆ ਹੋਇਆ ਅਤੇ ਇਹ ਵੀ ਸਬਜੈਕਟ ਦੇ ਰੂਪ ਵਿੱਚ ਵਰਤੇ ਹੋਏ ਆ। ਇਸ ਤੋਂ ਬਾਅਦ ਆ ਗਿਆ ਇਨਫਿਨਿਟਿਵ, ਉਹਦੇ ਵਿੱਚ ਜਾਂ ਵਰਬ ਦੀ ਪਹਿਲੀ ਫਾਰਮ ਹੋਊਗੀ ਜਾਂ ਵਰਬ ਦੀ ਪਹਿਲੀ ਫਾਰਮ ਤੋਂ ਪਹਿਲਾਂ ਟੂ ਲੱਗਿਆ ਹੋਊਗਾ। 2 + V1 ਦਾ ਮਤਲਬ ਇਹੀ ਆ ਵੀ ਵਰਬ ਦੀ ਪਹਿਲੀ ਫਾਰਮ ਤੋਂ ਪਹਿਲਾਂ ਟੂ ਲੱਗਿਆ ਹੁੰਦਾ। ਜਿਵੇਂ ਟੂ ਆਰ ਇਜ਼ ਹਿਊਮਨ, ਜਾਂ ਟੂ ਫੋਰਗਿਵ ਇਜ਼ ਡਿਵਾਈਨ। ਇਹਦੇ ਵਿੱਚ ਦੇਖੋ ਟੂ ਆਰ ਅਤੇ ਟੂ ਫੋਰਗਿਵ, ਇਹ ਪਹਿਲੀ ਫਾਰਮ ਤੋਂ ਪਹਿਲਾਂ ਟੂ ਲੱਗਿਆ ਹੋਇਆ ਅਤੇ ਇਸ ਨੂੰ ਵੀ ਸਬਜੈਕਟ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਹ ਵੀ ਇੱਕ ਸੈਂਟੈਂਸ ਦਾ ਹਿੱਸਾ ਹਨ। ਨੰਬਰ 4 'ਤੇ ਆਪਾਂ ਗੱਲ ਕਰਦੇ ਹਾਂ ਇਟ ਐਂਡ ਦੇਅਰ ਆਰ ਆਲਸੋ ਯੂਜ਼ਡ ਏ ਸਬਜੈਕਟ, ਮਤਲਬ ਇਟ ਅਤੇ ਦੇਅਰ ਵੀ ਸਬਜੈਕਟ ਦੇ ਰੂਪ ਵਿੱਚ ਵਰਤੇ ਜਾਂਦੇ ਹਨ। ਜਿਵੇਂ ਇਟ ਇਜ਼ ਟੂ ਲੇਟ, ਜਾਂ ਦੇਅਰ ਇਜ਼ ਡੂਇੰਗ ਬੈਕ ਨਾਓ। ਹੁਣ ਦੇਅਰ ਅਤੇ ਇਟ ਸਬਜੈਕਟ ਦੇ ਰੂਪ ਵਿੱਚ ਵਰਤੇ ਹੋਏ ਹਨ। ਨੋਟ ਦੀਜ਼ ਆਰ ਸਮ ਆਫ ਇੰਪੋਰਟੈਂਟ ਡੈਟਰਮਾਈਨਰ ਐਂਡ ਕੁਆਲੀਫਾਇਰ। ਆਪਾਂ ਇੱਥੇ ਕੁਝ ਕੁਆਲੀਫਾਇਰ ਅਤੇ ਡੈਟਰਮਾਈਨ ਦਿੱਤੇ ਹੋਏ ਆ, ਉਹਨਾਂ ਬਾਰੇ ਦੱਸਾਂਗੇ। ਜਿਵੇਂ ਏ, ਐਨ, ਦਾ, ਦਿਸ, ਦੈਟ, ਦੀਜ਼,
those, some, all, many, much, few, most, my, our, your, his, her, their, its, ਕਾਰਤਿਕਸ, ਰੋਬੀ ਐਟਸੈਟਰਾ। ਮਤਲਬ ਯਾਨੀ ਕਿ ਹੋਰ ਵੀ ਹੋ ਸਕਦੇ ਆ। ਅੱਗੇ ਆਪਾਂ ਪ੍ਰੈਡੀਕੇਟ ਬਾਰੇ ਜਾਣਦੇ ਹਾਂ। ਏ ਵਰਡ ਔਰ ਏ ਗਰੁੱਪ ਆਫ ਵਰਡਸ that says something about the subject is called predicate. It is the doing and being part of a sentence. ਮਤਲਬ ਯਾਨੀ ਕਿ ਜਿਹੜਾ ਸਬਜੈਕਟ ਜਿਹੜਾ ਉਦੇਸ਼ ਆ ਉਹਦੇ ਬਾਰੇ ਗੱਲ ਕਰਦਾ ਜਾਂ ਉਹਦੇ ਬਾਰੇ ਦੱਸਦਾ ਤਾਂ ਉਸ ਨੂੰ ਪ੍ਰੈਡੀਕੇਟ ਕਿਹਾ ਜਾਂਦਾ ਹੈ। ਜਿਵੇਂ ਸਬਜੈਕਟ ਤੇ ਪ੍ਰੈਡੀਕੇਟ ਆਪਾਂ ਕਿਹੜੇ ਆ? ਰੁਪਾਲੀ ਲਾਫਡ, ਦੇ ਡਾਂਸਡ। ਇਹ ਜਿਹੜਾ ਨੰਬਰ 2 ਤੇ ਆ ਡਾਂਸਡ ਤੇ ਲਾਫਡ ਉਹ ਪ੍ਰੈਡੀਕੇਟ ਹਨ। ਜਿਹੜੇ ਨੰਬਰ 1 ਤੇ ਪ੍ਰੈਡੀਕੇਟ ਕਰਕੇ ਆਏ ਆ ਉਹ ਸੀ ਇੰਟਰਾਸਟਿਵ ਵਰਬ। ਇੰਟਰਾਸਟਿਵ ਵਰਬ ਦਾ ਮਤਲਬ ਆਕਰਮਕ ਕਿਰਿਆ। ਤੇ ਹੁਣ ਜਿਹੜੀ ਆਪਾਂ ਨੰਬਰ 2 ਤੇ ਜਿਹੜੇ ਪ੍ਰੈਡੀਕੇਟ ਕਰ ਰਹੇ ਹਾਂ ਇਹ ਹੈਗੇ ਟਰਾਂਸਟਿਵ ਵਰਬ, ਸਕਰਮਕ ਕਿਰਿਆ। ਸਾਥੀਓ ਇਹਦੇ ਵਿੱਚ ਹੁਣ ਜਿਵੇਂ ਆਪਾਂ ਪੜ੍ਹ ਰਹੇ ਹਾਂ ਸਬਜੈਕਟ ਤੇ ਪ੍ਰੈਡੀਕੇਟ, ਮਮਤਾ ਟੀਚਰਸ ਆਵਰ ਕਲਾਸ ਜਾਂ ਦਾ ਸ਼ੌਪਕੀਪਰ ਚੀਟਡ ਅਸ। ਚੀਟਡ ਅਸ ਜਿਹੜੇ ਹੈਗੇ ਆ ਪ੍ਰੈਡੀਕੇਟ ਟਰਾਂਸਟਿਵ ਵਰਬ। ਹੁਣ ਆਪਾਂ ਇੰਟਰਾਸਟਿਵ ਵਰਬ ਤੇ ਟਰਾਂਸਟਿਵ ਵਰਬ ਬਾਰੇ ਜਾਣਾਂਗੇ। ਨੰਬਰ 1 ਤੇ ਟਰਾਂਸਟਿਵ ਵਰਬ, ਇਟ ਫੋਲੋਡ ਬਾਏ ਪੈਟਰਨ ਆਫ SVO। SVO ਦਾ ਮਤਲਬ ਸਬਜੈਕਟ, ਵਰਬ ਤੇ ਆਬਜੈਕਟ। ਵੀ ਜਿਨ੍ਹਾਂ ਦੇ ਵਿੱਚ ਸਕਰਮਕ ਕਿਰਿਆ ਜਿਨ੍ਹਾਂ ਦੇ ਵਿੱਚ ਸਬਜੈਕਟ, ਵਰਬ ਤੇ ਆਬਜੈਕਟ ਹੁੰਦਾ ਉਹਨੂੰ ਸਕਰਮਕ ਕਿਰਿਆ ਜਾਂ ਟਰਾਂਸਟਿਵ ਵਰਬ ਕਹਿੰਦੇ ਹਨ। ਹੁਣ ਹੈਗਾ ਨੰਬਰ 2 ਤੇ ਇੰਟਰਾਸਟਿਵ ਵਰਬ, ਇਟ ਫੋਲੋਜ਼ ਦਾ ਪੈਟਰਨ ਆਫ SV, ਸਬਜੈਕਟ ਤੇ ਵਰਬ। ਮਤਲਬ ਜਿਸ ਵਿੱਚ ਆਕਰਮਕ ਕਿਰਿਆ ਜਿਸ ਵਿੱਚ ਸਬਜੈਕਟ ਤੇ ਵਰਬ ਹੋਵੇ ਉਹ ਹੁੰਦੇ ਆ ਇੰਟਰਾਸਟਿਵ ਵਰਬ। ਇਹ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਸਿਰਫ ਜਿਹਦੇ ਵਿੱਚ ਵਰਬ ਤੇ ਸਬਜੈਕਟ ਦਿੱਤਾ ਉਹ ਹੈਗੇ ਇੰਟਰਾਸਟਿਵ ਵਰਬ। 2 ਆਬਜੈਕਟਸ ਇਨ ਦਾ ਪ੍ਰੈਡੀਕੇਟ, one is the direct object, the other is the indirect object। ਇਹਦੇ ਵਿੱਚ ਹੁਣ ਆਪਾਂ ਸਬਜੈਕਟ ਤੇ ਪ੍ਰੈਡੀਕੇਟ ਆਪਾਂ ਪੜ੍ਹਦੇ ਹਾਂ। ਮਾਈ ਅੰਕਲ ਗੇਵ ਮੀ ਏ ਗਿਫਟ। ਇਹਦੇ ਵਿੱਚ ਜਿਹੜਾ ਪਹਿਲਾ ਹੈਗਾ ਇਨਡਾਇਰੈਕਟ ਆਬਜੈਕਟ ਆ ਤੇ ਦੂਜਾ ਹੈਗਾ ਡਾਇਰੈਕਟ ਆਬਜੈਕਟ ਏ ਗਿਫਟ। ਇਨਡਾਇਰੈਕਟ ਆਬਜੈਕਟ ਜਿਹੜੇ ਸਜੀਵ ਹੁੰਦੇ ਆ ਤੇ ਜਿਹੜੇ ਡਾਇਰੈਕਟ ਆਬਜੈਕਟ ਹੁੰਦੇ ਆ ਉਹ ਨਿਰਜੀਵ ਹੁੰਦੇ ਆ। ਜਿਵੇਂ ਏ ਗਿਫਟ ਨਿਰਜੀਵ ਵਸਤੂ ਆ ਤੇ ਮੀ ਮਤਲਬ ਯਾਨੀ ਕਿ ਮੈਂ ਇੱਕ ਸਜੀਵ ਵਸਤੂ ਆ। ਨੋਟ, ਯੂਜ਼ਲੀ ਦਾ ਡਾਇਰੈਕਟ ਆਬਜੈਕਟ ਇਜ਼ ਦਾ ਲਿਵਿੰਗ ਬੀਇੰਗ, ਡਾਇਰੈਕਟ ਇਜ਼ ਦਾ ਥਿੰਗ ਔਰ ਸਮਥਿੰਗ। ਮਤਲਬ ਯਾਨੀ ਕਿ ਜਿਹੜੇ ਇਨਡਾਇਰੈਕਟ ਆਬਜੈਕਟ ਹੁੰਦੇ ਉਹ ਲਿਵਿੰਗ ਬੀਇੰਗ ਮਤਲਬ ਕਿ ਸੰਜੀਵ ਵਸਤੂਆਂ ਹੁੰਦੀਆਂ ਤੇ ਡਾਇਰੈਕਟ ਆਬਜੈਕਟ ਜਿਹੜੇ ਹੁੰਦੀਆਂ ਚੀਜ਼ਾਂ ਜਾਂ ਕੋਈ ਵੀ ਚੀਜ਼ ਹੋ ਸਕਦੀ ਹੈ। ਸਾਥੀਓ ਇਸ ਤੋਂ ਬਾਅਦ ਸੈਂਟੈਂਸ ਵਿੱਚ ਜਿਹੜਾ ਪ੍ਰੈਡੀਕੇਟ ਆਉਂਦਾ ਐਂਡ ਤੇ, ਜਿਵੇਂ ਪਹਿਲਾਂ ਸਬਜੈਕਟ, ਫਿਰ ਵਰਬ, ਫਿਰ ਆਬਜੈਕਟ, ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਆਬਜੈਕਟ ਕੰਪਲੀਮੈਂਟ। ਆਬਜੈਕਟ ਕੰਪਲੀਮੈਂਟ ਦੇ ਵਿੱਚ ਕਿਵੇਂ ਆ ਗਿਆ? ਜਿਵੇਂ ਆਪਾਂ ਇੱਕ ਸੈਂਟੈਂਸ ਪੜ੍ਹਦੇ ਹਾਂ, ਰਿਜ਼ਲਟ ਮੇਡ ਮੀ ਹੈਪੀ ਜਾਂ ਆਈ ਕੀਪ ਮਾਈ ਬੁੱਕ ਕਲੀਨ। ਹੁਣ ਕਲੀਨ ਤੇ ਹੈਪੀ ਇਹਦੇ ਵਿੱਚ ਕੰਪਲੀਮੈਂਟ ਆ ਗਏ, ਜਿਵੇਂ ਖੁਸ਼ੀ, ਗਮੀ, ਇਹ ਸਾਰੇ ਕੰਪਲੀਮੈਂਟ ਹੁੰਦੇ ਆ। ਇਸ ਤੋਂ ਬਾਅਦ ਹੈਗਾ ਨੰਬਰ 5 ਤੇ ਸਬਜੈਕਟ, ਵਰਬ ਤੇ ਸਬਜੈਕਟ ਦੇ ਪ੍ਰੈਡੀਕੇਟ ਦੇ ਵਿੱਚ ਕੀ ਆ? ਵਰਬ ਤੇ ਜ਼ੀਰਣ। ਜ਼ੀਰਣ ਉਹ ਹੁੰਦਾ ਜਿਨ੍ਹਾਂ ਦੇ ਮਗਰ ING ਲੱਗਾ ਹੋਵੇ। ਜਿਵੇਂ ਆਪਾਂ ਇੱਕ ਸੈਂਟੈਂਸ ਪੜ੍ਹਦੇ, ਆਈ ਲਵ ਪੇਂਟਿੰਗ, ਮਾਈ ਫਾਦਰ ਲਾਈਕਸ ਡੂਇੰਗ ਯੋਗਾ। ਹੁਣ ਡੂਇੰਗ ING ਲੱਗਾ, ਪੇਂਟਿੰਗ ING ਲੱਗਾ, ਇਹ ਜ਼ੀਰਣ ਆ ਤੇ ਇਹ ਵੀ ਪ੍ਰੈਡੀਕੇਟ ਦੇ ਰੂਪ ਵਿੱਚ ਹੁੰਦਾ। ਨੰਬਰ 4 ਤੇ ਆ ਗਿਆ ਸਬਜੈਕਟ ਤੇ ਪ੍ਰੈਡੀਕੇਟ ਵਿੱਚ ਵਰਬ ਤੇ ਇਨਫਿਨਿਟਿਵ ਜਾਂ ਇਨਫਿਨਿਟਿਵ ਫਰੇਜ਼ਸ। ਇਹਦਾ ਆਪਾਂ ਸੈਂਟੈਂਸ ਪੜ੍ਹਦੇ ਹਾਂ, ਆਈ ਵਿਸ਼ ਟੂ ਸਟੈਂਡ ਫਸਟ, ਵੀ ਪਲਾਨ ਟੂ ਸੀ ਏ ਮੂਵੀ। ਹੁਣ ਤੁਸੀਂ ਇਹ ਧਿਆਨ ਨਾਲ ਦੇਖੋ, ਜਿਨ੍ਹਾਂ ਦੇ ਪਹਿਲਾਂ ਟੂ ਲੱਗਿਆ ਹੁੰਦਾ, ਟੂ ਸਟੈਂਡ ਫਸਟ, ਟੂ ਸੀ ਏ ਮੂਵੀ, ਇਹ ਸਾਰੇ ਇਨਫਿਨਿਟਿਵ ਜਾਂ ਇਨਫਿਨਿਟਿਵ ਫਰੇਜ਼ਸ ਹੁੰਦੇ ਆ। ਬਸ ਤੁਸੀਂ ਇਹ ਧਿਆਨ ਰੱਖਣਾ ਵੀ ਸੈਂਟੈਂਸ ਦੇ ਵਿੱਚ ਜੇ ਪੁੱਛਿਆ ਜਾਵੇ ਇਨਫਿਨਿਟਿਵ ਫਰੇਜ਼ਸ ਕੀ ਆ ਤਾਂ ਉਹਦੇ ਵਿੱਚ ਉੱਥੇ ਟੂ ਲੱਗਾ ਹੋਣਾ ਜ਼ਰੂਰੀ ਹੈ। ਜਿਵੇਂ ਟੂ ਸਟੈਂਡ ਫਸਟ, ਟੂ ਸੀ ਏ ਮੂਵੀ। ਜੇ ਜੀਰਣ ਵੇਖਣੇ ਆ ਤਾਂ ਜੀਰਣ ਪ੍ਰੈਡੀਕੇਟ ਵੇਖਣਾ ਉਹ ਸੈਂਟੈਂਸ ਦੇ ਮਗਰ ਲੱਗਿਆ ਹੋਊਗਾ, ਵੀ ਯਾਨੀ ਕਿ ਜਿਹੜਾ ਸੈਂਟੈਂਸ ਤੇ ਲਾਸਟ ਤੇ ਆਉਂਦਾ ਉਹ ਪ੍ਰੈਡੀਕੇਟ ਹੁੰਦਾ। ਤੇ ਜੇ ਜੀਰਣ ਪ੍ਰੈਡੀਕੇਟ ਵੇਖਣਾ ਤਾਂ ਪੇਂਟਿੰਗ ਡੂਇੰਗ ਲੱਗਣਾ ਜਾਂ ING ਹੋਣਾ ਜ਼ਰੂਰੀ ਆ। ਜੇ ਆਪਾਂ ਕੰਪਲੀਮੈਂਟ ਵੇਖਣਾ ਪ੍ਰੈਡੀਕੇਟ ਦੇ ਵਿੱਚ ਸੈਂਟੈਂਸ 'ਚ ਇਹ ਪਹਿਚਾਣ ਕਰਨੀ ਹੈ ਵੀ
ऑब्जेक्ट कॉम्पलीमेंट किहड़े आ तो हैप्पी क्लीन ਜਾਂ ਇਸੇ ਤਰ੍ਹਾਂ ਹੋਰ ਵਿਸ਼ ਇਸ ਤਰ੍ਹਾਂ ਦੇ ਬਹੁਤ ਸਾਰੇ ਆਉਂਦੇ ਆ ਜਦੋਂ ਆਪਾਂ ਖੁਸ਼ੀ ਗਮੀ ਵਾਲੇ ਸ਼ਬਦ ਹੁੰਦੇ ਆ ਉਹ ऑब्जेक्ट ਕੰਪਲੀਮੈਂਟ ਹੁੰਦੇ ਆ। ਬਸ ਤੁਸੀਂ ਇਹਨਾਂ ਨੂੰ ਜ਼ਰੂਰ ਧਿਆਨ ਦੇਖਣਾ ਤੇ ਇਸ ਤਰ੍ਹਾਂ ਤੁਸੀਂ ਸੈਂਟੈਂਸ ਦੀ ਪਹਿਚਾਣ ਕਰ ਸਕਦੇ ਆ। ਸਾਥੀਓ ਹੁਣ ਆਪਾਂ ਸੈਂਟੈਂਸ ਦੀ ਜਿਹੜੀ ਤੁਹਾਨੂੰ ਪ੍ਰੈਕਟਿਸ ਦਿੰਦਾ ਮੈਂ ਐਕਸਰਸਾਈਜ਼ ਕਰੋ ਤੁਸੀਂ ਉਹਦੇ ਵਿੱਚੋਂ ਸਾਰਿਆਂ 'ਚ ਮੈਂ 5-5 ਦਿੱਤੇ ਹੋਏ ਆਪਣੇ ਸੈਂਟੈਂਸ ਉਹਨਾਂ ਵਿੱਚੋਂ ਤੁਸੀਂ ਦੇਖਣੇ ਆ ਵੀ ਕਿਹੜੇ ਪ੍ਰੈਡੀਕੇਟ ਆ ਕਿਹੜੇ ਸਬਜੈਕਟ ਆ ਜਾਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਨੰਬਰ ਏ 'ਤੇ ਪਿਕ ਆਊਟ ਦਾ ਸਬਜੈਕਟ ਐਂਡ ਪ੍ਰੈਡੀਕੇਟ ਜਿਵੇਂ ਇਹਦੇ 'ਚ ਨੰਬਰ 1 'ਤੇ ਆਈ ਲਵ ਮਾਈ ਪੇਰੈਂਟਸ, ਨੰਬਰ 2 ਦਾ ਸਟੂਡੈਂਟ ਲਾਫਡ, ਨੰਬਰ 3 ਦਾ ਗੀਤਾ ਇਜ਼ ਏ ਹੌਲੀ ਬੁੱਕ, ਨੰਬਰ 4 ਚਿਲਡਰਨ ਲਾਈਕ ਚੋਕਲੇਟਸ, 5 'ਤੇ ਆ ਗਿਆ ਮਾਈ ਫਰੈਂਡ ਆਰ ਵੈਰੀ ਨਾਈਸ। ਨੰਬਰ ਅੱਗੇ ਬੀ ਪਿਕ ਆਊਟ ਦਾ ਮੇਨ ਵਰਡ ਕੁਆਲੀਫਾਇਰ ਐਂਡ ਕੰਪਲੀਮੈਂਟਸ। ਨੰਬਰ 1 ਏ ਪੂਅਰ ਮੈਨ ਨੀਡਸ ਫੂਡ, ਨੰਬਰ 2 ਬੈਡ ਪੀਪਲ ਡਿਸਟਰਬ ਪੀਸ, ਨੰਬਰ 3 ਦਾ ਸਮਾਰਟ ਬॉय ਕਿੱਕ ਦਾ ਬਾਲ, ਨੰਬਰ 4 ਦਾ ਬਲੈਕ ਸ਼ੀਪ ਡਾਈਡ, ਨੰਬਰ 5 ਦਾ ਸਟੋਰੀ ਮੇਡ ਮੀ ਹੈਪੀ। ਨੰਬਰ ਸੀ ਆ ਗਿਆ ਪਿਕ ਆਊਟ ਦਾ ਸਬਜੈਕਟ ਟ੍ਰਾਂਸਟਿਵ ਇੰਟਰਾਸਟਿਵ ਵਰਬ ਐਂਡ ऑब्जेक्ट। नंबर 1 ਤੇ ਮਾਈ ਪੇਰੈਂਟਸ ਅਨਕਰਜ ਮੀ, ਨੰਬਰ 2 ਸ਼ੀ ਇਜ਼ ਏ ਇੰਟੈਲੀਜੈਂਟ ਗਰਲ, ਨੰਬਰ 3 ਆਈ ਲਾਈਕ ਕੋਲਡ ਕਾਫੀ, ਨੰਬਰ 4 ਬੁੱਕਸ ਆਰ ਆਵਰ ਬੈਸਟ ਫਰੈਂਡ, ਨੰਬਰ 5 ਸ਼ੀ ਗੇਵ ਮੀ ਏ ਐਡਵਾਈਸ, ਨੰਬਰ ਡੀ ਫਿਲ ਇਨ ਬਲੈਂਕਸ ਪ੍ਰੈਡੀਕੇਟ ਗਿਵਨ ਬਿਲੋ ਲਾਈਕ ਓਨੈਸਟੀ अपॉइंटमेंट हर हेड गर्ल इज द हेवन ऑफ अर्थ, नेवर बिल्ड ए नेस्ट begets love, is an international language, gives us wool, is a clever animal, is bad for health, sent me a gift। ਇਹ ਸਾਰੇ ਉਹ ਸੈਂਟੈਂਸ ਆ ਜਿਹੜੇ ਆਪਾਂ ਅਗਲੇ ਪੇਜ ਦੇ ਉੱਤੇ ਜਿਹੜੀਆਂ ਖਾਲੀ ਥਾਵਾਂ ਦਿੱਤੀਆਂ ਉਹਦੇ ਵਿੱਚ ਭਰਨੇ ਆ। ਆਓ ਭਰੀਏ। ਪਿੱਛੇ ਜਿਹੜੇ ਆਪਾਂ ਪਿਛਲੇ ਪੇਜ 'ਤੇ ਸੈਂਟੈਂਸ ਦਿੱਤੇ ਸੀ ਉਹਨਾਂ ਨੂੰ ਇਹ ਜਿਹੜੀਆਂ ਖਾਲੀ ਥਾਵਾਂ ਮੈਂ ਬੋਲ ਰਿਹਾ ਇਹਨਾਂ ਵਿੱਚ ਭਰਨੇ ਆ। ਨੰਬਰ 1 'ਤੇ ਆਈ ਲਵ, ਨੰਬਰ 2 'ਤੇ ਸਮੋਕਿੰਗ, ਨੰਬਰ 3 'ਤੇ ਮਾਈ ਆਂਟ, ਨੰਬਰ 4 'ਤੇ ਫੌਕਸ, ਨੰਬਰ 5 'ਤੇ ਦਾ ਪ੍ਰਿੰਸੀਪਲ, ਨੰਬਰ 6 'ਤੇ ਐਵਰੀਬੋਡੀ, ਨੰਬਰ 7 'ਤੇ ਸ਼ੀਪ, ਨੰਬਰ 8 'ਤੇ ਕੁੱਕੂ ਤੇ ਨੰਬਰ 9 'ਤੇ ਕਸ਼ਮੀਰ ਤੇ ਨੰਬਰ 10 'ਤੇ ਇੰਗਲਿਸ਼। ਅੱਗੇ ਨੰਬਰ ਈ ਕੰਪਲੀਟ ਦਾ ਫੋਲੋਇੰਗ ਸੈਂਟੈਂਸ ਇਨ ਕਾਲਮ ਏ ਬਾय ਐਡਿੰਗ ਆਬਜੈਕਟ ਕੰਪਲੀਮੈਂਟਸ ਔਰ ਆਬਜੈਕਟ ਕੰਪਲੀਮੈਂਟਸ ਗਿਵਨ ਇਨ ਦਾ ਕਾਲਮ ਬੀ। ਤੁਸੀਂ ਸਾਥੀਓ ਏ ਅਤੇ ਬੀ ਕਾਲਮ ਦੇਖ ਕੇ ਇਹ ਨੰਬਰ 1 ਤੇ ਜਿਵੇਂ ਦਾ ਗੀਤਾ ਲਿਖਿਆ ਤੇ ਨੰਬਰ ਏ ਹੈ ਜਿਹੜਾ ਲਿਖਿਆ ਜਿਵੇਂ ਏ ਕੱਪ ਆਫ ਦਾ ਟੀ, ਇਸ ਤਰ੍ਹਾਂ ਤੁਸੀਂ ਕਾਲਮ ਏ ਤੇ ਕਾਲਮ ਈ ਬੀ ਚੋਂ ਵੇਖ ਕੇ ਤੁਸੀਂ ਇਹਨਾਂ ਨੂੰ ਜੋੜ ਕੇ ਬਣਾਉਣੇ ਆ। ਇਹਨਾਂ ਵਿੱਚ ਸਬਜੈਕਟ ਤੇ ਆਬਜੈਕਟ ਜਿਹੜਾ ਆਬਜੈਕਟ ਆ ਜਾਂ ਉਹਨੂੰ ਪ੍ਰੈਡੀਕੇਟ ਕਹਿੰਦੇ ਆ ਉਹਨਾਂ ਨੂੰ ਮਿਲਾਉਣਾ। ਹੁਣ ਆਪਾਂ ਇਹਨੂੰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ। ਏ ਅਤੇ ਬੀ ਦਾ ਨੰਬਰ 1 ਤੇ ਹੈਗਾ ਦਾ ਗੀਤਾ, ਬੀ ਤੇ ਏ ਕੱਪ ਆਫ ਟੀ, ਨੰਬਰ 2 ਤੇ ਹੈਗਾ ਆਈ ਫਾਊਂਡ ਦਾ ਫਿਲਮ, ਬੀ ਨੰਬਰ 'ਤੇ ਹੈਗਾ ਯੂਜ਼ਫੁਲ, ਨੰਬਰ 3 ਤੇ ਹੈਗਾ ਰੂਬੀ ਇਜ਼ ਪ੍ਰਪੇਅਰਿੰਗ ਤੇ ਨੰਬਰ ਸੀ 'ਤੇ ਹੈਗਾ ਇਜ਼ ਏ ਰਿਲੀਜੀਅਸ ਬੁੱਕ, ਨੰਬਰ 4 'ਤੇ ਮਾਈ ਫਰੈਂਡ, ਡੀ 'ਤੇ ਹੈਗਾ ਐਂਗਰੀ, ਨੰਬਰ 5 ਆਈ ਫਾਊਂਡ ਦਾ ਗਿਫਟ, ਐਫ 'ਤੇ ਹੈਗਾ ਬੁੱਕਸ, ਨੰਬਰ 6 ਆ ਗਿਆ ਚਿਲਡਰਨ ਲਾਈਕ, ਬੀ ਕਾਲਮ ਦੇ ਵਿੱਚ ਜੀ 'ਤੇ ਆ ਗਿਆ ਇੰਟਰਸਟਿੰਗ, ਨੰਬਰ 7 'ਤੇ ਹੈਗਾ ਹਿਜ਼ ਬਿਹੇਵੀਅਰ ਮੇਡ ਮੀ, ਐਚ ਆ ਗਿਆ ਪ੍ਰੈਟੀ, ਨੰਬਰ 8 'ਤੇ ਏ ਸਟੂਡੈਂਟ ਲਾਈਕ ਗੁੱਡ, ਐਚ 'ਤੇ ਆ ਗਿਆ ਏ ਸਟੋਰੀ, ਨੰਬਰ 9 'ਤੇ ਆ ਗਿਆ ਦਾ ਲਿਟਲ ਗਰਲ ਇਜ਼, ਬੀ ਕਾਲਮ ਵਿੱਚ ਆਈ 'ਤੇ ਆ ਗਿਆ ਇੰਟੈਲੀਜੈਂਟ, ਨੰਬਰ 10 'ਤੇ ਆ ਗਿਆ ਮਾਈ ਗ੍ਰੈਂਡ ਮਦਰ ਟੋਲਡ ਮੀ, ਜੇ ਆ ਗਿਆ ਸਵੀਟਸ। ਸਾਥੀਓ ਇਹਨਾਂ ਨੂੰ ਤੁਸੀਂ ਏ ਅਤੇ ਬੀ ਕਾਲਮ ਨੂੰ ਮਿਲਾ ਕੇ ਸਬਜੈਕਟ ਅਤੇ ਪ੍ਰੈਡੀਕੇਟ ਦੇ ਨਾਲ ਇੱਕ ਸੈਂਟੈਂਸ ਤੁਸੀਂ ਬਣਾ ਸਕਦੇ ਹੋ। ਸਾਥੀਓ ਆਪਾਂ ਅੱਗੇ ਸੈਂਟੈਂਸਾਂ ਦੀਆਂ ਕਿਸਮਾਂ ਬਾਰੇ ਵੀ ਗੱਲ ਕਰਾਂਗੇ। ਇਸ ਵੀਡੀਓ ਦੇ ਵਿੱਚ ਆਪਾਂ ਪਾਰਟ ਆਫ ਸੈਂਟੈਂਸ ਦੇ ਜਿਹੜੇ ਹਿੱਸੇ ਆ ਵੱਖ-ਵੱਖ ਉਹਨਾਂ ਬਾਰੇ ਗੱਲ ਕੀਤੀ ਵੀ ਸਬਜੈਕਟ ਕੀ ਹੈ, ਪ੍ਰੈਡੀਕੇਟ ਕੀ ਹੈ, ਕੰਪਲੀਮੈਂਟ ਕੀ ਹੁੰਦੇ ਆ, ਵਰਬ ਕੀ ਹੈ, ਡਾਇਰੈਕਟ ਇਨਡਾਇਰੈਕਟ ਕੀ ਹੈ, ਕੁਆਲੀਫਾਇਰ
ਤੇ ਮੇਨ ਵਰਡ ਕੀ ਹੈ। ਇਹ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਕੀਤਾ। ਇਸ ਨਾਲ ਸਾਥੀਓ ਤੁਸੀਂ ਸੈਂਟੈਂਸ ਵਿੱਚ ਕੀ ਕੀ ਹੁੰਦਾ, ਕਿਹੜੇ ਕਿਹੜੇ ਦੇ ਹਿੱਸੇ ਹੁੰਦੇ ਆ, ਇਹ ਤੁਸੀਂ ਚੰਗੀ ਤਰ੍ਹਾਂ ਪਹਿਚਾਣ ਸਕਦੇ ਹੋ, ਤੁਸੀਂ ਦੱਸ ਸਕਦੇ ਹੋ। ਜੇ ਤੁਸੀਂ ਇਹਨਾਂ ਨਾਲ ਸੰਬੰਧਿਤ ਕੋਈ ਕੁਐਸਚਨ ਵੀ ਆ ਜਾਏ ਤਾਂ ਤੁਸੀਂ ਆਰਾਮ ਨਾਲ ਦੱਸ ਦਿਓਗੇ। ਮਿਲਦੇ ਹਾਂ ਸਾਥੀਓ ਅਗਲੀ ਵੀਡੀਓ ਵਿੱਚ। ਧੰਨਵਾਦ।